ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਮੋੜ ਉੱਠੇ ਸਵਾਲ। ਸੀਐਮ ਰਹਿੰਦਿਆਂ ਚੰਨੀ ਦੇ ਖਾਣੇ ਤੇ ਸਰਕਾਰ ਨੇ 3 ਮਹੀਨਿਆਂ ਦੇ ਵਿੱਚ ਖਰਚੇ 60 ਲੱਖ ਰੁਪਏ। ਆਰਟੀਆਈ ਦੇ ਵਿੱਚ ਹੋਇਆ ਖੁਲਾਸਾ, ਤਾਜ ਹੋਟਲ ਤੋਂ ਮੰਗਵਾਇਆ ਜਾਂਦਾ ਸੀ ਖਾਣਾ। 60 ਲੱਖ ਦੇ ਖਾਣੇ ਦੇ ਬਿੱਲਾਂ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਦਾ ਸਪਸ਼ਟੀਕਰਨ। ਕਿਹਾ, ਮੈਂ ਆਪਣੇ ਘਰ ਦਾ ਹੀ ਖਾਦਾ ਖਾਣਾ, ਬਾਹਰੋਂ ਕਦੇ ਵੀ ਨਹੀਂ ਖਾਦਾ। ਮੈਨੂੰ ਬਦਨਾਮ ਕਰਨ ਦੀ ਹੋ ਰਹੀ ਕੋਸ਼ਿਸ਼। ਮੁੱਖ ਮੰਤਰੀ ਦੇ ਘਰ ਦੇ ਵਿੱਚ ਪੰਜਾਬ ਦੇ ਹੀ ਲੋਕਾਂ ਨੇ ਖਾਦਾ ਖਾਣਾ। ਸੰਸਦ ਦੇ ਸਰਹੱਦ ਰੋਡ ਇਜਲਾਸ ਦੇ ਵਿੱਚ ਰਾਘਵ ਚੱਡਾ ਦੀ 100% ਹਾਜ਼ਰੀ। ਇੱਕ ਦਿਨ ਵੀ ਨਹੀਂ ਰਹੇ ਗੈਰ ਹਾਜ਼ਰ। 11 ਬਹਿਸਾਂ ਦੇ ਵਿੱਚ ਲਿਆ ਹਿੱਸਾ, 25 ਮੁੱਦੇ ਚੁੱਕੇ। ਚੀਨ 'ਚ ਕੋਵਿਡ ਦੇ ਗੰਭੀਰ ਹਾਲਾਤਾਂ ਤੋਂ WHO ਚਿੰਤਿਤ। ਬਿਨਾਂ ਲੁਕਾਏ ਕੋਰੋਨਾ ਦੇ ਸਹੀ ਅੰਕੜੇ ਸਾਂਝੇ ਕਰਨ ਦੇ ਲਈ ਕਿਹਾ। ਚੀਨ ਨੂੰ ਸਿਹਤ ਸੇਵਾਵਾਂ ਦੇ ਲਈ ਮਦਦ ਦਾ ਵੀ ਭਰੋਸਾ। ਚੰਡੀਗੜ੍ਹ ਦੇ ਮੌਲੀ ਜਾਗਰਾਂ ਦੇ ਵਿੱਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ। ਚਾਕੂ ਦੇ ਨਾਲ ਪੇਟ ਤੇ ਕੀਤੇ ਕਈ ਵਾਰ। ਨਸ਼ੇੜੀਆਂ ਤੇ ਕਤਲ ਦਾ ਇਲਜ਼ਾਮ। ਫਗਵਾੜਾ 'ਚ ਢਿਲਵਾ ਫਲਾਈਓਵਰ ਤੇ ਹਾਦਸਾ। ਗੰਨੇ ਦੇ ਨਾਲ ਲੱਦੀ ਟਰੈਕਟਰ ਟਰਾਲੀ ਪਲਟੀ। ਜਾਨੀ ਨੁਕਸਾਨ ਤੋਂ ਰਿਹਾ ਬਚਾਅ। ਬਟਾਲਾ ਦੇ ਵਿੱਚ ਸ਼ਾਮਲਾਟ ਜ਼ਮੀਨ ਨੂੰ ਲੈ ਕੇ ਵਿਵਾਦ। ਸ਼ਾਮਲਾਟ ਜ਼ਮੀਨ ਤੇ ਕਬਰਿਸਤਾਨ ਬਣਾਉਣ ਦਾ ਵਿਰੋਧ। 3 ਧਿਰਾਂ ਨੇ ਜਤਾਏ ਆਪੋ ਆਪਣੇ ਦਾਅਵੇ। ਹਿਮਾਚਲ ਦੇ ਪਹਾੜਾਂ ਦੇ ਵਿੱਚ ਭਾਰੀ ਬਰਫ਼ਬਾਰੀ। ਸੈਲਾਨੀਆਂ ਦੇ ਖਿੜੇ ਚਿਹਰੇ। ਨਵਾਂ ਸਾਲ ਮਨਾਉਣ ਦੇ ਲਈ ਸੈਲਾਨੀਆਂ ਦਾ ਆਇਆ ਹੜ੍ਹ। ਸਤਿ ਸ਼੍ਰੀ ਅਕਾਲ। ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ਰੋਜ਼ ਸੰਧੂ। ਤਾਂ ਸ਼ੁਰੂਆਤ ਕਰਾਂਗੇ ਖਬਰਾਂ ਦੀ। ਸਭ ਤੋਂ ਪਹਿਲਾਂ ਸਾਬਕਾ ਸੀਐਮ ਚਰਨਜੀਤ ਚੰਨੀ ਤੋਂ। ਸਾਬਕਾ ਸੀਐਮ ਚਰਨਜੀਤ ਚੰਨੀ ਤੇ ਮੁੜ ਤੋਂ ਸਵਾਲ ਉੱਠੇ ਨੇ। ਚੰਨੀ ਦੇ ਲਜ਼ੀਜ਼ ਖਾਣੇ ਤੇ ਸਰਕਾਰ ਨੇ ਲੱਖਾਂ ਰੁਪਏ ਖਰਚੇ ਨੇ। ਸੀਐਮ ਰਹਿੰਦੇ ਖਾਣੇ ਤੇ 3 ਮਹੀਨਿਆਂ ਦੇ ਵਿੱਚ 60 ਲੱਖ ਰੁਪਏ ਖਰਚੇ ਗਏ। ਤਾਂ ਇਹ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ। ਸਾਬਕਾ ਸੀਐਮ ਚੰਨੀ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨੇ ਔਰ ਨਿਊਜ਼ 18 ਦੇ ਕੋਲ ਸਰਕਾਰੀ ਬਿੱਲਾਂ ਦੀ ਐਕਸਕਲੂਸਿਵ ਕਾਪੀ ਹੈ। ਤਾਜ ਹੋਟਲ ਤੋਂ 3900 ਰੁਪਏ ਦੀ ਥਾਲੀ ਆਉਂਦੀ ਸੀ। ਅੰਦਾਜ਼ਾ ਇੱਥੋਂ ਲੱਗ ਸਕਦਾ ਹੈ ਕਿ ਜੇਕਰ ਇੱਕ ਥਾਲੀ 3900 ਰੁਪਏ ਦੀ ਹੈ ਔਰ 2500 ਦਾ ਜੂਸ ਹੈ ਤਾਂ ਫਿਰ ਕਿੰਨੇ ਪੈਸੇ ਖਰਚੇ ਗਏ ਹੋਣਗੇ। 3 ਮਹੀਨੇ ਦੇ ਵਿੱਚ ਹੀ 60 ਲੱਖ ਰੁਪਏ ਦਾ ਬਿੱਲ ਬਣਾ ਦਿੱਤਾ ਗਿਆ। ਅਜਿਹਾ ਕੀ ਖਾਦਾ ਗਿਆ, ਅਜਿਹਾ ਕੀ ਮਹਿੰਗਾ ਖਾਦਾ ਗਿਆ। ਤਾਂ ਇੱਕ ਮਹਿੰਗੇ ਬਿੱਲ ਦੀ ਉਹ ਪੂਰੀ ਕਾਪੀ ਹੈ ਔਰ ਡਿਟੇਲਸ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ ਤੇ। ਉਹ ਬਿੱਲ ਵੀ ਜਿਹੜੇ ਨੇ ਐਕਸਕਲੂਸਿਵ ਨੇ ਨਿਊਜ਼ 18 ਪੰਜਾਬ ਦੇ ਕੋਲ, ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿੰਨੇ ਰੁਪਏ ਦੇ ਵਿੱਚ ਕਿਹੜੀ ਚੀਜ਼ ਆਈ ਹੈ, ਕਿਹੜੀ ਚੀਜ਼ ਖਾਧੀ ਗਈ ਹੈ। 3900 ਰੁਪਏ ਪ੍ਰਤੀ ਥਾਲੀ, ਯਾਨੀ ਕਿ ਇੱਕ ਥਾਲੀ ਖਾਣੇ ਦੀ 3900 ਰੁਪਏ ਦੀ ਆਈ। ਤਾਜ ਹੋਟਲ ਤੋਂ ਸਪੈਸ਼ਲ ਥਾਲੀ ਆਈ। ਤਾਜ ਹੋਟਲ ਦਾ ਨਾਂ ਹੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਨਾਂ ਹੈ ਔਰ ਉੱਥੋਂ ਮਹਿੰਗੇ ਖਾਣੇ ਹੁੰਦੇ ਨੇ, ਇਹ ਸਭ ਜਾਣਦੇ ਨੇ। 70 ਲੋਕਾਂ ਦੇ ਲਈ 3 ਮਹੀਨਿਆਂ 'ਚ ਖਾਣਾ ਆਇਆ ਹੈ। 2500 ਰੁਪਏ ਪ੍ਰਤੀ ਲੀਟਰ ਜੂਸ ਮੰਗਵਾਇਆ ਗਿਆ, ਯਾਨੀ ਕਿ 1 ਲੀਟਰ ਜੂਸ ਜਿਹੜਾ ਹੈ ਉਹ 2500 ਰੁਪਏ ਦੇ ਹਿਸਾਬ ਦੇ ਨਾਲ ਆਇਆ। ਤਾਂ ਇਹ ਅੰਦਾਜ਼ਾ ਲੱਗ ਸਕਦਾ ਹੈ ਕਿ ਪੈਸੇ ਜਿਹੜੇ ਨੇ ਉਹ ਲੱਖਾਂ ਰੁਪਏ ਦੇ ਵਿੱਚ ਬਣ ਸਕਦੇ ਨੇ। ਜੋ ਬਿੱਲ ਹੈ ਉਹ ਲੱਖਾਂ ਰੁਪਏ ਹੋ ਸਕਦਾ ਹੈ। ਤਾਂ ਐਕਸ ਸੀਐਮ ਚਰਨਜੀਤ ਚੰਨੀ ਦਾ ਇਹ ਲਜ਼ੀਜ਼ ਖਾਣਾ ਹੈ। ਲਜ਼ੀਜ਼ ਖਾਣੇ 3 ਮਹੀਨਿਆਂ ਦੇ ਦੌਰਾਨ ਜੋ ਨੇ ਉਹ ਖਾਦੇ ਗਏ ਔਰ ਉਸ ਦਾ ਬਿੱਲ ਸਰਕਾਰੀ ਖਾਤੇ ਦੇ ਵਿੱਚ ਗਿਆ। ਉਸ ਦਾ ਬਿੱਲ ਸਰਕਾਰ ਨੇ ਭਰਨਾ ਹੈ। ਉਸ ਦਾ ਬਿੱਲ ਉਹ ਟੈਕਸਿਸ ਤੋਂ ਜਾਣਾ ਹੈ, ਜਿਹੜੇ ਲੋਕਾਂ ਦੇ ਵੱਲੋਂ ਦਿੱਤੇ ਹੋਏ ਟੈਕਸ ਨੇ। ਤਾਂ ਫਿਰ ਉਸ ਪੈਸੇ ਦੇ ਵਿੱਚੋਂ ਉਸ ਦਾ ਭੁਗਤਾਨ ਕੀਤਾ ਜਾਣਾ ਹੈ। ਇਸ ਕਰਕੇ ਸਵਾਲ ਨੇ, ਕਿਉਂਕਿ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਹੈ। ਆਰਟੀਆਈ ਤੋਂ ਇਹ ਖੁਲਾਸਾ ਹੋਇਆ ਕਿ 3 ਮਹੀਨੇ ਦੇ ਵਿੱਚ 60 ਲੱਖ ਰੁਪਏ ਦਾ ਖਾਣਾ ਖਾਧਾ ਗਿਆ। ਸੀਐਮ ਹਾਊਸ ਦੇ ਵਿੱਚ ਇਹ ਖਾਣਾ ਜਾਂਦਾ ਰਿਹਾ ਹੈ। ਹਾਲਾਂਕਿ ਇਸ ਨੂੰ ਲੈ ਕੇ ਆਪਣੇ ਦਾਅਵੇ ਕਰ ਰਹੇ ਨੇ ਸੀਐਮ ਚਰਨਜੀਤ ਚੰਨੀ, ਸਾਬਕਾ ਸੀਐਮ ਚਰਨਜੀਤ ਚੰਨੀ। ਉਹਨਾਂ ਦਾ ਕਹਿਣਾ ਹੈ ਕਿ ਉਹ ਨਹੀਂ ਉਹਨਾਂ ਨੇ ਖਾਧਾ। ਚੋਣ ਜ਼ਾਬਤੇ ਤੋਂ ਬਾਅਦ 8 ਲੱਖ ਰੁਪਏ ਦਾ ਵੀ ਜਿਹੜਾ ਹੈ ਉਹ ਬਿੱਲ ਬਣਿਆ ਹੈ। 3900 ਰੁਪਏ ਦੀ ਪ੍ਰਤੀ ਥਾਲੀ, 2500 ਰੁਪਏ ਪ੍ਰਤੀ ਲੀਟਰ ਜੂਸ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿੰਨੇ ਪੈਸੇ ਬਣੇ ਹੋਣਗੇ ਕੱਲੇ ਜੂਸ ਦੇ ਹੀ। ਆਮ ਲੋਕਾਂ ਲਈ 60 ਤੋਂ 70 ਰੁਪਏ ਵਾਲੀ ਥਾਲੀ ਲਿਆਂਦੀ ਗਈ। ਚੋਣ ਜ਼ਾਬਤੇ ਦੇ ਵਿੱਚ 8 ਲੱਖ ਰੁਪਏ ਬਿੱਲ। ਤਾਂ ਸਿੱਧੇ ਤੌਰ ਤੇ 8 ਲੱਖ ਦੀ ਪਾਰਟੀ ਚੋਣ ਜ਼ਾਬਤੇ ਤੋਂ ਬਾਅਦ ਵੀ ਜੇਕਰ ਕੀਤੀ ਗਈ ਹੈ ਤਾਂ ਫਿਰ ਤਾਂ ਸਵਾਲ ਉੱਠਦੇ ਨੇ। ਇਸ ਕਰਕੇ ਹੀ ਸਵਾਲ ਉੱਠ ਰਹੇ ਨੇ। 3 ਮਹੀਨੇ ਸਾਬਕਾ ਸੀਐਮ ਚਰਨਜੀਤ ਚੰਨੀ ਜਿਸ ਵੇਲੇ ਸਨ ਸੀਐਮ, ਤਾਂ ਉਸ ਦੌਰਾਨ ਉਹ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੇ ਆਪਣੇ ਹੋਰ ਬਿਆਨਾਂ ਨੂੰ ਲੈ ਕੇ, ਆਪਣੇ ਹੋਰ ਕੰਮਕਾਰ ਨੂੰ ਲੈ ਕੇ। ਪਰ ਹੁਣ ਸੁਰਖੀਆਂ ਦੇ ਵਿੱਚ ਰਹਿਣ ਦਾ ਕਾਰਨ ਲਜ਼ੀਜ਼ ਖਾਣਾ ਹੈ। ਅਮਨ ਭਾਰਦਵਾਜ ਮੇਰੇ ਸਹਿਯੋਗੀ ਫੋਨ ਲਾਈਨ ਤੇ ਨੇ। ਅਮਨ, ਸਵਾਲ ਉੱਠ ਰਹੇ ਨੇ, ਸਵਾਲ ਵੱਡੇ ਉੱਠ ਰਹੇ ਨੇ, ਕਿਉਂਕਿ ਜਿੱਥੇ ਕਿਹਾ ਜਾਣਾ ਕਿ ਮੈਂ ਇੱਕ ਆਮ ਆਦਮੀ ਹਾਂ, ਮੈਂ ਗਰੀਬ ਪਰਿਵਾਰ ਤੋਂ ਆਇਆ ਹਾਂ, ਇਸ ਕਰਕੇ ਮੈਨੂੰ
ਪਤਾ ਹੈ ਕਿਸ ਤਰੀਕੇ ਦੇ ਨਾਲ ਰਹਿਣਾ ਹੈ ਜਾਂ ਲੋਕਾਂ ਲਈ ਕੀ ਕਰਨਾ ਹੈ। ਸਾਰੇ ਦਾਅਵੇ ਉਹਨਾਂ ਨੇ ਚੁਣਾਵੀ ਪ੍ਰਚਾਰ ਦੇ ਦੌਰਾਨ ਕੀਤੇ ਸੀਗੇ। ਪਰ 3 ਮਹੀਨੇ 'ਚ ਮਹਿੰਗਾ ਖਾਣਾ ਖਾਇਆ, ਲੱਖਾਂ ਰੁਪਏ ਦਾ ਖਾਣਾ ਆਇਆ, ਕਿਸ ਨੂੰ ਖਵਾਇਆ ਇਹ ਬਾਤ ਦਾ ਵਿਸ਼ਾ ਹੈ, ਪਰ ਆਇਆ ਜ਼ਰੂਰ ਹੈ। ਬਿੱਲ ਸਾਡੇ ਕੋਲ ਨੇ ਤਾਂ ਬਹੁਤ ਵੱਡੇ ਸਵਾਲ ਤਾਂ ਫਿਰ ਉੱਠਣਗੇ। ਅਮਨ, ਸਿੱਧੇ ਤੌਰ ਤੇ ਗੁਰਜੋਤ, ਕਿਉਂਕਿ ਤਾਜ ਹੋਟਲ ਜਿਸ ਦੇ ਬਿੱਲ ਸਾਡੇ ਕੋਲ ਮੌਜੂਦ ਨੇ, ਉਹ 5 ਸਿਤਾਰਾ ਹੋਟਲ ਹੈ, ਚੰਡੀਗੜ੍ਹ ਦਾ ਨਾਮਵਰ ਹੋਟਲ ਹੈ, ਸਭ ਤੋਂ ਟੌਪ ਦਾ। ਉੱਥੋਂ ਖਾਣਾ ਮੰਗਾਇਆ ਗਿਆ, ਜਿਹੜਾ ਬਫੇ ਹੁੰਦਾ ਹੈ, ਉਹ 3900 ਰੁਪਏ ਦਾ ਬਫੇ ਜਿਹੜਾ ਹੈ ਉਸ ਬਿੱਲ ਦੇ ਅੰਦਰ ਜ਼ਿਕਰ ਹੈ। 2500 ਰੁਪਏ ਜੂਸ ਦਾ ਜ਼ਿਕਰ ਹੈ ਕਿ 2500 ਰੁਪਏ ਦਾ ਜੂਸ ਜਿਹੜਾ ਹੈ ਉਹ ਮੰਗਾਇਆ ਗਿਆ। ਉਸ ਤੋਂ ਇਲਾਵਾ 500-700 ਰੁਪਏ ਦੇ ਅਲੱਗ-ਅਲੱਗ ਬਿੱਲ ਨੇ ਥਾਪਰ ਥਾਲੀ ਦੇ ਹਿਸਾਬ ਤੇ ਜੋ ਮੰਗਾਏ ਗਏ ਨੇ 70 ਜਣਿਆਂ ਦੇ ਲਈ। ਔਰ ਇਸ ਤੋਂ ਇਲਾਵਾ ਜਿਹੜਾ ਜ਼ਿਕਰ ਚਰਨਜੀਤ ਚੰਨੀ ਨੇ ਵੀ ਕੀਤਾ ਕਿ ਲੋਕਾਂ ਲਈ ਸੀਗਾ, ਲੋਕਾਂ ਲਈ ਬਾਹਰ ਸੀਐਮ ਹਾਊਸ ਤੋਂ ਬਾਹਰ ਰੋਡ ਦੀ ਦੂਸਰੀ ਸਾਈਡ ਟੈਂਟ ਲੱਗਿਆ ਹੁੰਦਾ ਸੀ, ਉੱਥੇ 60 ਤੋਂ 70 ਰੁਪਏ ਦੀ ਥਾਲੀ ਜਿਹੜਾ ਰੇਟ ਹੈ ਉੱਥੇ ਉਹ ਰੇਟ ਸੀਗਾ। ਇਹ ਉਨ ਲੋਕਾਂ ਲਈ ਨਹੀਂ ਸੀ ਜਿਹੜਾ ਇਹ ਖਾਣੇ ਦੇ ਬਿੱਲ ਨੇ, ਤੇ 60 ਲੱਖ ਦਾ ਡਿਟੇਲ ਹੈਗੀ ਹੈ। ਇਹ ਸੀਐਮ ਹਾਊਸ ਦੇ ਅੰਦਰ ਜਿਹੜਾ ਖਾਣਾ ਜਾਂਦਾ ਸੀ ਉਸ ਦੀ ਡਿਟੇਲ ਹੈ। ਔਰ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਇਹ ਸਵਾਲ ਜ਼ਰੂਰ ਉੱਠ ਰਹੇ ਨੇ, ਕਿਉਂਕਿ ਚਰਨਜੀਤ ਚੰਨੀ ਨੂੰ ਲੈ ਕੇ ਜਦੋਂ ਜ਼ਿਕਰ ਹੁੰਦਾ ਹੈ ਤਾਂ ਉਹ ਤਸਵੀਰ ਉਹਨਾਂ ਦੀ ਸਾਹਮਣੇ ਆ ਜਾਂਦੀ ਹੈ ਕਿ ਮੈਂ ਟੈਂਟ ਦਾ ਵੀ ਕੰਮ ਕੀਤਾ ਹੈ, ਮੈਂ ਸਪੀਕਰ ਵੀ ਠੀਕ ਕਰ ਲੈਂਦਾ। ਮੈਂ ਜੋ ਬਿਆਨਬਾਜ਼ੀ ਕਰਦੇ ਸੀ ਕਿ ਮੈਂ ਜੋ ਜਿਸ ਤੋਂ ਸਾਫ਼ ਜ਼ਾਹਿਰ ਕਰਦੇ ਸੀ ਕਿ ਮੈਂ ਆਮ ਇਨਸਾਨ ਹੈਗਾ, ਇੱਕ ਆਮ ਘਰ ਤੋਂ ਉੱਠਿਆ ਹੋਇਆ ਗਰੀਬ ਪਰਿਵਾਰ ਤੋਂ ਉੱਠਿਆ ਹੋਇਆ ਪੋਲੀਟੀਸ਼ੀਅਨ ਹੈ, ਤਾਂ ਉਹ ਸਾਰੀਆਂ ਗੱਲਾਂ ਉਹਨਾਂ ਦੀਆਂ ਜ਼ਿਹਨ 'ਚ ਆ ਜਾਂਦੀਆਂ ਜਦੋਂ ਵੀ ਇਸ ਤਰੀਕੇ ਦਾ ਕੋਈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਆਰਟੀਆਈ ਨੇ ਜਿਹੜੇ ਖੁਲਾਸੇ ਕੀਤੇ ਨੇ ਤਾਂ ਉਹਨਾਂ ਦੇ ਨਾਲ ਉਹ ਕੰਟਰਾਡਿਕਟ ਕਰਦੀ ਹੈ ਉਹਨਾਂ ਦੇ ਉਹ ਤਮਾਮ ਬਿਆਨਬਾਜ਼ੀ। ਔਰ ਖਾਸ ਕਰਕੇ ਉਹ ਵੀ ਤੁਹਾਡੇ ਯਾਦ ਹੋਵੇਗਾ ਹੈਲੀਕਾਪਟਰ ਦੇ ਅੰਦਰ ਬੈਠ ਕੇ ਵੀ ਜਦੋਂ ਚੋਪਰ 'ਚ ਸਫ਼ਰ ਕਰਦੇ ਸੀ ਤਾਂ ਆਪਣਾ ਘਰ ਤੋਂ ਪਿੰਡ ਤੋਂ ਡੱਲੂ ਲੈ ਕੇ ਮੱਕੀ ਦੀ ਰੋਟੀ ਪੌਣੇ 'ਚ ਲਪੇਟ ਕੇ ਉਹ ਸਾਰੀ ਚੀਜ਼ਾਂ ਦੀਆਂ ਤਸਵੀਰਾਂ ਵੀ ਅਸੀਂ ਵਿਖਾਉਂਦੇ ਸੀ ਕਿ ਚਰਨਜੀਤ ਚੰਨੀ ਆਮ ਰੋਟੀ ਖਾ ਰਹੇ ਨੇ। ਲੇਕਿਨ ਇਹ ਬਿੱਲਾਂ ਨੇ ਇੱਕ ਤਰੀਕੇ ਦੇ ਨਾਲ ਖੁਲਾਸਾ ਜ਼ਰੂਰ ਕੀਤਾ ਹੈ ਕਿ ਇਹ ਕਿਹਨਾਂ ਦੇ ਗਏ, ਕਿਉਂਕਿ ਇਹ ਬਿੱਲਾਂ ਤੇ ਗੁਰਜੋਤ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਦਾ ਨਾਮ ਲਿਖਿਆ ਹੈ, ਉਹਨਾਂ ਦੇ ਨਾਂ ਤੇ ਬਿੱਲ ਕੱਟੇ ਨੇ। ਔਰ ਇਹ ਵੀ ਜੇ ਚਰਨਜੀਤ ਚੰਨੀ ਨੇ ਇਹ ਨਹੀਂ ਆਰਡਰ ਕੀਤੇ, ਉਹਨਾਂ ਨੂੰ ਨਹੀਂ ਇਸ ਦੀ ਜਾਣਕਾਰੀ, ਤਾਂ ਫਿਰ ਇਹ 60 ਲੱਖ ਦਾ ਬਿੱਲ ਕਿਸਨੇ ਬਣਵਾਤਾ ਸੀਐਮ ਹਾਊਸ ਤੋਂ? ਇਸ ਦੀ ਜਾਂਚ ਚਰਨਜੀਤ ਚੰਨੀ ਨੇ ਕਿਉਂ ਨਹੀਂ ਕੀਤੀ? ਕਿਆ ਚਰਨਜੀਤ ਚੰਨੀ ਨੂੰ ਦੀ ਜਾਣਕਾਰੀ ਹੀ ਨਹੀਂ ਸੀਗੀ ਕਿ ਉਹਨਾਂ ਦੇ ਦਫ਼ਤਰ ਤੋਂ ਕੌਣ ਰੋਟੀ ਮੰਗਾ ਰਿਹਾ, ਕੌਣ ਉਹਨਾਂ ਦੇ ਘਰ ਜਿਹੜਾ ਹੈ ਉਹ ਆਰਡਰ ਕਰ ਰਿਹਾ, ਕਿਸਨੇ ਇਹ 60 ਲੱਖ ਦਾ ਬਿੱਲ ਖੜਾ ਕਰਤਾ? ਜੇਕਰ ਉਹ ਬਿਆਨਬਾਜ਼ੀ ਜਿਹੜੀ ਅੱਜ ਕਰ ਰਹੇ ਨੇ ਤਾਂ ਇਸ ਤੋਂ ਸਵਾਲ ਜ਼ਰੂਰ ਉੱਠਦੇ ਨੇ। ਲੇਕਿਨ 60 ਲੱਖ ਦਾ ਸਰਕਾਰੀ ਖਜ਼ਾਨੇ ਚੋਂ ਸਰਕਾਰ ਦੇ ਪੈਸੇ ਤੋਂ ਖਰਚ ਹੋਣਾ, ਕਿਉਂਕਿ ਇਸ ਨੂੰ ਕਿਤੇ ਨਾ ਕਿਤੇ ਵਰਤੋਂ ਕੀਤੀ ਜਾ ਸਕਦੀ ਸੀ। ਔਰ ਚੋਣ ਜ਼ਾਬਤੇ ਦਾ ਵੀ ਜ਼ਿਕਰ ਹੈ ਕਿ ਜਦੋਂ ਇਲੈਕਸ਼ਨ ਕਮਿਸ਼ਨ ਵੱਲੋਂ ਕਹਿ ਦਿੱਤਾ ਗਿਆ ਕਿ ਹੁਣ ਕੋਡ ਆਫ ਕੰਡਕਟ ਲੱਗਿਆ, ਉਸ ਰਾਤ ਵੀ 7 ਜਣਿਆਂ ਦੇ ਲਈ ਪਾਰਟੀ ਕੀਤੀ ਗਈ, ਰੋਟੀ ਮੰਗਾਈ ਗਈ ਤਾਜ ਹੋਟਲ ਤੋਂ। ਹੋਰ ਉਸਦਾ ਇੱਕ ਦਿਨ ਦਾ ਖਰਚਾ ਹੀ 2,40,000 ਰੁਪਏ ਇਕੱਲਾ ਰੋਟੀ ਦਾ ਤਾਜ ਹੋਟਲ ਦਾ। ਅਸੀਂ ਉਹ ਬਿਆਨ ਵੀ ਇਸ ਤੋਂ ਬਾਅਦ ਸੁਣਾਵਾਂਗੇ ਦਰਸ਼ਕਾਂ ਨੂੰ, ਜੋ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਆਪਣੀ ਸਫਾਈ ਦਿੱਤੀ ਹੈ। ਪਰ ਉਹ ਤਾਂ ਕਹਿ ਰਹੇ ਨੇ ਕਿ ਮੈਂ ਤਾਂ ਨਾ ਕਦੇ ਨੌਨ ਵੈਜ ਖਾਦਾ ਹੈ, ਨਾ ਮੈਂ ਸ਼ਰਾਬ ਦਾ ਆਦੀ ਹਾਂ, ਨਾ ਮੈਨੂੰ ਅਜਿਹੇ ਸ਼ੌਕ ਨੇ, ਤੇ ਨਾ ਮੈਂ ਕਿਸੇ ਨੂੰ ਕਦੇ ਪਾਰਟੀ ਕੀਤੀ ਆ, ਨਾ ਹੀ ਮੈਂ ਕਰਦਾ ਸ਼ਰਾਬ ਦੀ ਪਾਰਟੀ। ਤਾਂ ਫਿਰ ਸਵਾਲ ਫਿਰ ਉਹੀ ਉੱਠ ਰਿਹਾ ਕਿ ਤਾਂ ਫਿਰ ਬਿੱਲ ਕਿੱਥੋਂ ਬਣ ਗਿਆ, ਕਿਸਨੇ ਉਹ ਖਾਦਾ, ਕਿਸਨੇ ਉਹ ਪੀਤਾ, ਤਾਂ ਫਿਰ ਕਿਉਂ ਇੰਨਾ ਬਿੱਲ ਬਣਾ ਦਿੱਤਾ ਗਿਆ? ਗੁਰਜੋਤ, ਜੇਕਰ ਅਸੀਂ ਵਿਜ਼ੂਅਲਸ ਦਿਖਾ ਸਕੀਏ, ਤੁਸੀਂ ਦੇਖੋ ਕਿ ਜਿਹੜੀ ਲਿਸਟਾਂ ਮੌਜੂਦ ਹੈ 60 ਲੱਖ ਦੇ ਉੱਪਰ, ਜਿਹੜੀ ਡੇਟਸ ਮੌਜੂਦ ਹੈ 29 ਸਤੰਬਰ, ਫਿਰ ਅਕਤੂਬਰ, ਨਵੰਬਰ, ਦਸੰਬਰ, ਉਹ ਮਹੀਨੇ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਸੀ। ਔਰ ਉਸ ਵੇਲੇ ਉਹ ਬਿੱਲ ਲਿਖੇ ਹੋਏ ਨੇ ਕਿ ਕਿੰਨੇ ਦਾ ਖਰਚਾ ਹੋਇਆ। ਔਰ ਉਸੇ ਦਿਨਾਂ ਦੇ ਤਾਜ ਹੋਟਲ ਦੇ ਬਿੱਲ ਨੇ। ਤਾਜ ਹੋਟਲ ਦੇ ਬਿੱਲਾਂ ਦੇ ਅੰਦਰ ਇਹ ਨਹੀਂ ਲਿਖਿਆ ਕਿ ਉਹਨਾਂ ਨੇ ਸ਼ਰਾਬ ਮੰਗਾਈ ਹੈ ਜਾਂ ਉਹਨਾਂ ਨੇ ਨੌਨ ਵੈਜ ਮੰਗਾਇਆ, ਉਸ ਦੇ ਅੰਦਰ ਇਹ ਲਿਖਿਆ ਹੈ ਕਿ ਬਫੇ 39,200 ਦਾ ਸੀਗਾ ਜੋ ਮੰਗਾਇਆ ਗਿਆ। ਔਰ ਉਸ ਤੋਂ ਇਲਾਵਾ 2500 ਦਾ ਜੂਸ ਮੰਗਾਇਆ ਗਿਆ। ਉਸ ਤੋਂ ਇਲਾਵਾ 2,40,000 ਦੀ ਰੋਟੀ ਇੱਕ ਦਿਨ ਦੀ ਹੋਈ ਹੈ ਮੁੱਖ ਮੰਤਰੀ ਵਾਸਤੇ, ਜਿਸ ਦਿਨ ਕੋਡ ਆਫ ਕੰਡਕਟ ਲੱਗਿਆ। ਤਾਂ ਬਾਕੀ ਖਾਣਾ ਵੀ ਸੀਗਾ। ਹੋਰ 70 ਜਣਿਆਂ ਦੇ ਲਈ ਇਹ ਰੋਟੀ ਜਾਂਦੀ ਸੀ, 500 ਤੋਂ 700 ਅਲੱਗ ਥਾਲੀ, ਉਸ ਤੋਂ ਇਲਾਵਾ 3900 ਦਾ ਅਲੱਗ ਤੋਂ ਬਫੇ ਦੀ ਥਾਲੀ। ਔਰ ਬਾਹਰ ਜਿਹੜੇ ਲੋਕੀ ਸੀ ਉਹਨਾਂ ਲਈ ਤਾਂ ਅੱਡ ਤੋਂ ਸੀਗਾ, ਉਸ ਦਾ ਅਸੀਂ ਜ਼ਿਕਰ ਹੀ ਨਹੀਂ ਕਰ ਰਹੇ ਕਿਉਂਕਿ ਉਹ ਆਮ ਲੋਕਾਂ ਲਈ ਸੀਗਾ। ਪਰ ਇਸ ਖਾਣੇ ਦਾ ਬਿੱਲ ਤੇ ਮੌਜੂਦ ਹੈ ਔਰ ਇਸ ਦੀ ਜਾਣਕਾਰੀ ਆਰਟੀਆਈ ਦੇ ਥਰੂ ਮਿਲੀ ਹੈ, ਇੱਕ ਪ੍ਰੋਪਰ ਚੈਨਲ ਆਰਟੀਆਈ ਦੇ ਥਰੂ ਮਿਲੀ ਹੈ। ਤਾਂ ਜੇ ਚਰਨਜੀਤ ਚੰਨੀ ਨੂੰ ਇੰਨੀ ਇਸ ਤੋਂ ਲੱਗਦਾ ਹੈ ਤਾਂ ਉਹ ਇਸ ਚੀਜ਼ ਨੂੰ ਆਰਟੀਆਈ ਦਾ ਜਵਾਬ ਕੀ ਆਇਆ ਇਸ ਅਧਿਕਾਰੀਆਂ ਤੋਂ ਹੀ ਪੁੱਛ ਸਕਦੇ ਨੇ। ਕਿਆ ਉਹਨਾਂ ਕੋਲ ਕੋਈ ਚਰਨਜੀਤ ਚੰਨੀ ਕੋਲ ਕੋਈ ਸਬੂਤ ਇਸ ਬਾਬਤ ਜੇਕਰ ਹੈ ਤਾਂ ਉਹ ਸਾਫ਼ ਤੌਰ ਤੇ ਦੇ ਸਕਦੇ ਨੇ। ਲੇਕਿਨ ਇਹ ਖਾਣਾ ਜ਼ਰੂਰ ਮੰਗਾਇਆ ਗਿਆ ਹੈ ਮੁੱਖ ਮੰਤਰੀ ਆਵਾਸ ਤੋਂ, ਤਾਜ ਹੋਟਲ ਦੇ ਜਾਂ ਬਾਕੀ ਜਿਹੜੇ ਬਿੱਲ ਨੇ ਜਿੰਨੇ ਵੀ, ਉਹਨਾਂ ਤੇ ਗੁਰਜੋਤ ਇਹ ਲਿਖਿਆ ਹੋਇਆ ਪ੍ਰਿੰਸੀਪਲ ਸੈਕਟਰੀ ਟੂ ਸੀਐਮ। ਔਰ ਉਸ ਵੇਲੇ ਦੇ ਬਿੱਲ ਨੇ ਜਦੋਂ ਮੁੱਖ ਮੰਤਰੀ ਚਰਨਜੀਤ ਚੰਨੀ ਸੀ। ਤਾਂ ਇਸ ਦੀ ਜਾਣਕਾਰੀ ਵੀ ਜੇਕਰ ਨਹੀਂ ਚਰਨਜੀਤ ਚੰਨੀ ਨੂੰ ਹੈ ਤਾਂ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਅਲੱਗ ਤੋਂ ਹੈ ਕਿ ਮੁੱਖ ਮੰਤਰੀ ਦੇ ਨਾਂ ਤੇ 60 ਲੱਖ
ਦੇ ਫਿਰ ਬਿੱਲ ਮੰਗਾ ਲਏ ਗਏ, ਖਾਣਾ ਖਾਧਾ ਗਿਆ ਔਰ ਉਹਨਾਂ ਨੂੰ ਇਸ ਦੀ ਜਾਣਕਾਰੀ ਹੀ ਨਹੀਂ ਹੈ। ਔਰ ਜੇਕਰ ਖਾਦੇ ਵੀ ਗਏ ਤਾਂ 60 ਲੱਖ ਦੇ ਜੋ ਕਹਿੰਦੇ ਨੇ ਉਸਨੂੰ ਇਹ ਖੁਦ ਨੂੰ ਕੰਟਰਾਡਿਕਟ ਕਰਦਾ ਕਿ ਉਹ ਫਿਰ ਖਾ ਕਿਸਨੇ ਲਏ ਮੁੱਖ ਮੰਤਰੀ ਆਵਾਜ਼ ਤੇ, ਕਿਉਂਕਿ 60 ਲੱਖ ਵੱਡੀ ਅਮਾਉਂਟ ਆਪਣੇ ਆਪ 'ਚ ਹੁੰਦੀ ਹੈ। ਔਰ 3 ਮਹੀਨੇ ਦੇ ਅੰਦਰ ਤੁਸੀਂ ਇੰਨੇ ਲੱਖਾਂ ਦਾ ਜੇਕਰ ਰੋਟੀ ਤੇ ਖਰਚਾ ਆ ਜਾਏ ਤਾਂ ਸਰਕਾਰ ਦੀ ਕਾਰਜਸ਼ੈਲੀ ਤੇ ਜ਼ਰੂਰ ਸਵਾਲ ਉੱਠਦੇ ਨੇ ਕਿ 3 ਮਹੀਨਿਆਂ 'ਚ ਬਾਕੀ ਕੰਮਾਂ ਦਾ ਜਿਹੜਾ ਉਹ ਹਵਾਲਾ ਦਿੰਦੇ ਨੇ ਤਾਂ ਉਹ ਕਿੰਨੇ ਸਾਰਥਕ ਹੋਏ, ਕਿਆ ਉਹ ਵੀ ਇਸ ਤਰੀਕੇ ਦੇ ਨਾਲ ਲੋਕੀ ਉਸ ਤੇ ਵੀ ਸ਼ੰਕੇ ਖੜੇ ਕਰ ਰਹੇ ਨੇ ਕਿ ਉਹਨਾਂ ਤੇ ਵੀ ਕੋਈ ਨਾ ਕੋਈ ਇਸ ਤਰੀਕੇ ਦੀ ਡਿਟੇਲ ਜਿਹੜੀ ਹੈ ਉਸ ਅਧਿਕਾਰੀਆਂ ਨੂੰ ਤੇ ਆਰਟੀਆਈ ਦੇ ਥਰੂ ਲੈਣੀ ਚਾਹੀਦੀ ਹੈ। ਗੁਰਜੋਤ, ਬਿਲਕੁਲ ਬਿਲकुल बहुत ਵੱਡੇ ਸਵਾਲ ਨੇ। ਸ਼ੁਕਰੀਆ ਅਮਨ तमाम ਜਾਣਕਾਰੀ ਦੇ ਲਈ। ਤਾਂ ਬਹੁਤ ਅਹਿਮ ਹੈ ਉਹ ਦਾਅਵੇ ਚਰਚਾ ਦੇ ਵਿੱਚ ਰਹੇ ਬਹੁਤ ਦੇਰ ਤੱਕ ਔਰ ਚੁਣਾਵੀ ਪ੍ਰਚਾਰ ਦੇ ਦੌਰਾਨ ਜਿਵੇਂ ਕਿਹਾ ਗਿਆ ਕਿ ਆਮ ਕਰਦਾ ਹਾਂ ਤਾਂ ਆਮ ਹੀ ਲੋਕਾਂ ਦੇ ਲਈ ਸੋਚਾਂਗਾ, ਤਾਂ ਪਰ ਉਸ ਦੇ ਬਾਅਦ ਹੁਣ ਇਹ ਵੱਡੇ ਖੁਲਾਸੇ ਨੇ। ਗ੍ਰਾਫਿਕ ਦੇ ਜ਼ਰੀਏ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿ ਚੋਣ ਜ਼ਾਬਤੇ ਤੋਂ ਬਾਅਦ 8 ਲੱਖ ਦੀ ਪਾਰਟੀ ਕੀਤੀ ਗਈ ਹੈ, ਖਰਚਾ ਹੋਇਆ ਹੈ 3900 ਰੁਪਏ ਪ੍ਰਤੀ ਥਾਲੀ। ਬਫੇ ਦਾ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਅਲੱਗ-ਅਲੱਗ ਵੈਰਾਈਟੀ ਹੁੰਦੀ ਹੈ ਖਾਣੇ 'ਚ। ਉਹ ਬਫੇ ਦੇ ਵਿੱਚ ਕੀ ਸੀ ਇਹ ਨਹੀਂ ਕਹਿ ਸਕਦੇ, ਪਰ ਸਿੱਧੇ ਤੌਰ ਤੇ ਇੰਨਾ ਜ਼ਰੂਰ ਹੈ ਕਿ 3900 ਰੁਪਏ ਦੀ ਥਾਲੀ ਆਈ ਹੈ। ਇਹ ਬਿਲਸ ਦੱਸ ਰਹੇ ਨੇ, ਜੋ ਬਿਲਸ ਨਿਊਜ਼ 18 ਪੰਜਾਬ ਦੇ ਕੋਲ ਨੇ, ਐਕਸਕਲੂਸਿਵ ਕਾਪੀ ਹੈ। ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਇੱਕ ਡਿਟੇਲਸ ਉਸ ਦੇ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਨੇ ਕਿ ਕਿੰਨੇ ਰੁਪਏ ਦਾ ਕਿਹੜਾ ਖਾਣਾ ਆਇਆ। ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ 2500 ਰੁਪਏ ਦਾ ਜੂਸ ਆਇਆ ਹੈ। ਤਾਜ ਹੋਟਲ ਤੋਂ ਸਪੈਸ਼ਲ ਥਾਲੀਆਂ ਆਈਆਂ ਨੇ ਖਾਣੇ ਦੀਆਂ। ਤਾਂ ਇਹ ਸਾਰਾ ਖਰਚਾ ਹੋਇਆ ਹੈ 70 ਲੋਕਾਂ ਦੇ ਲਈ 3 ਮਹੀਨਿਆਂ ਤੱਕ ਆਰਡਰ ਜੋ ਹੈ ਉਹ ਕੀਤਾ ਗਿਆ। ਤਾਂ ਇਹ ਡਿਟੇਲਸ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ 60 ਲੱਖ ਰੁਪਏ ਦਾ ਬਿੱਲ ਬਣਿਆ ਹੈ। 16,69,771 ਰੁਪਏ ਔਰ ਉਸ ਤੋਂ ਬਾਅਦ ਇਹ ਤਾਜ ਦਾ ਜੋ ਸਾਫ਼ ਤੌਰ ਤੇ ਅਸੀਂ ਹਾਈਲਾਈਟ ਕਰਕੇ ਦਿਖਾ ਰਹੇ ਹਾਂ, ਜੋ ਸਟੈਂਪ ਹੁੰਦੀ ਹੈ ਪਤਾ ਲੱਗਦਾ ਹੈ ਕਿ ਕਿਹੜੇ ਹੋਟਲ ਦਾ ਇਹ ਬਿੱਲ ਹੈ। ਤਾਂ ਸਾਫ਼ ਤੌਰ ਤੇ ਇਹ ਡਿਟੇਲਸ ਨਜ਼ਰ ਆ ਰਹੀਆਂ ਨੇ ਇਹ ਬਿੱਲ ਦੀਆਂ। ਤਾਂ ਉਸ ਤੋਂ ਬਾਅਦ 60 ਲੱਖ ਦੇ ਖਾਣੇ ਤੇ ਸਾਬਕਾ ਸੀਐਮ ਚਰਨਜੀਤ ਚੰਨੀ ਦੀ ਸਫਾਈ ਵੀ ਸਾਹਮਣੇ ਆਈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਆਪਣੇ ਘਰ ਦਾ ਹੀ ਖਾਣਾ ਖਾਦਾ ਹੈ, ਮੈਂ ਕਦੇ ਵੀ ਬਾਹਰੋਂ ਖਾਣਾ ਨਹੀਂ ਖਾਦਾ। ਇਹ ਚੰਨੀ ਕਹਿ ਰਹੇ ਨੇ, ਚਰਨਜੀਤ ਚੰਨੀ ਕਹਿ ਰਹੇ ਨੇ 60 ਲੱਖ ਦੇ ਖਾਣੇ ਤੇ ਤਾਂ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਸਫਾਈ ਦਿੱਤੀ ਹੈ ਕਿ ਮੈਂ ਆਪਣੇ ਘਰ ਦਾ ਹੀ ਖਾਣਾ ਖਾਦਾ ਹੈ ਔਰ ਮੈਂ ਮੂੰਗੀ ਮਸਰੀ ਦੀ ਦਾਲ ਦੇ ਨਾਲ ਰੋਟੀ ਖਾਣਾ। ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਮੈਂ ਕਦੇ ਸ਼ਰਾਬ ਨਹੀਂ ਪੀਤੀ, ਮੈਂ ਕਦੇ ਆਂਡਾ ਮੀਟ ਨਹੀਂ ਖਾਦਾ, ਮੈਂ ਨਾਨ ਵੈਜ ਨਹੀਂ ਖਾਂਦਾ, ਤਾਂ ਫਿਰ ਮੈਂ ਸਿੰਪਲ ਰੋਟੀ ਖਾਣਾ ਹਾਂ। ਮੇਰੀ ਰਸੋਈ ਦੇ ਵਿੱਚ ਜਾ ਕੇ ਦੇਖਿਆ ਜਾ ਸਕਦਾ, ਮੇਰੇ ਘਰਦਿਆਂ ਨੂੰ ਪੁੱਛਿਆ ਜਾ ਸਕਦਾ। ਇੱਥੋਂ ਤੱਕ ਉਹਨਾਂ ਨੇ ਤਰਕ ਦੇ ਦਿੱਤੇ ਨੇ। ਤਾਂ ਉਹ ਸਾਫ਼ ਕਹਿ ਰਹੇ ਨੇ ਕਿ ਮੈਨੂੰ ਹਰ ਤਰੀਕੇ ਦੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੀਐਮ ਦੇ ਘਰ ਦੇ ਵਿੱਚ ਪੰਜਾਬ ਦੇ ਹੀ ਲੋਕਾਂ ਨੇ ਖਾਣਾ ਖਾਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉੱਥੇ ਜੋ ਵੀ ਖਾਣਾ ਆਇਆ ਤਾਂ ਉੱਥੇ ਪੰਜਾਬ ਦੇ ਲੋਕ ਸੀ, ਮੈਂ ਕੋਈ ਆਪਣੇ ਰਿਸ਼ਤੇਦਾਰ ਨਹੀਂ ਲੈ ਕੇ ਗਿਆ, ਮੈਂ ਕੋਈ ਬਾਹਰੋਂ ਬੰਦੇ ਨਹੀਂ ਮੰਗਾਏ ਜਿਨ੍ਹਾਂ ਨੇ ਉਹ ਖਾਣਾ ਖਾ ਲਿਆ। ਤਾਂ ਇਸ ਤਰੀਕੇ ਦੇ ਨਾਲ ਉਹ ਆਪਣਾ ਤਰਕ ਦੇ ਰਹੇ ਨੇ, ਸਫਾਈ ਦੇ ਰਹੇ ਨੇ। मैं उतरिया उदों तो ही ਤਿਆਰੀਆਂ ਆਰੰਭੀਆਂ ਹੋਈਆਂ ਕਿ ਜੇ ਇਹਨੂੰ ਕਿਸ ਤਰ੍ਹਾਂ ਫੜਨਾ ਹੈ। ਪਹਿਲੇ ਦਿਨੇ ਮੈਂ ਮੂਸੇਵਾਲਾ ਸਾਹਿਬ ਦੇ ਘਰ ਗਿਆ, ਉੱਥੇ ਮੈਨੂੰ ਰਸਤੇ ਵਿੱਚ ਟੈਲੀਫੋਨ ਆ ਗਿਆ ਕਿ ਜੇ ਤੁਸੀਂ ਉੱਥੇ ਗਏ ਅਸੀਂ ਤੁਹਾਨੂੰ ਅਰੈਸਟ ਕਰਨਾ ਹੈ। ਉਸ ਤੋਂ ਬਾਅਦ ਮੇਰੇ ਬੈਂਕ ਖਾਤੇ, ਮੇਰੇ ਜ਼ਮੀਨਾਂ, ਮੇਰੇ ਪਾਸ क्या है क्या नहीं है, ਤਹਿਸੀਲਾਂ ਫਰੋਲੀਆਂ ਜਾ ਰਹੀਆਂ, ਲੋਕਾਂ ਤੋਂ ਪੁੱਛਿਆ ਜਾ ਰਿਹਾ। ਹਰ ਤਰੀਕੇ ਦੀ ਤਹਿਕੀਕਾਤ ਜਿਹੜੀ ਚਾਰੇ ਪਾਸੇ ਮੇਰੀ ਵਿਜੀਲੈਂਸ ਜਿਹੜੀ ਹੈ ਉਹ ਕਰ ਰਹੀ ਹੈ। ਲੇਕਿਨ ਮੈਂ ਕਹਿਣਾ ਜੀ ਕਰੋ, ਧੱਕਾ ਨਾ ਕਰੋ। ਫੇਰ ਵੀ ਜੇ ਤੁਸੀਂ ਕਰਨਾ ਚਾਹੁੰਦੇ ਤਾਂ ਮੈਂ ਉਹਦੇ ਵਾਸਤੇ ਵੀ ਤਿਆਰ ਹਾਂ। ਮੈਂ ਹੁਣ ਇੱਥੇ ਘਰ ਸੌਂਦਾ, ਫਿਰ ਜਿੱਥੇ ਤੁਸੀਂ ਸਲਾਈ ਕਰੋਗੇ ਉੱਥੇ ਸੌਂ ਜਾਗਾ। ਮੈਂ ਇਹਨਾਂ ਗੱਲਾਂ ਵਾਸਤੇ ਮਨ ਬਣਾ ਕੇ ਆਇਆ ਹੋਇਆ। ਜਿੰਨੀ ਦੇਰ ਤੁਸੀਂ ਮੈਨੂੰ ਰੱਖਣਾ ਚਾਹੁੰਦੇ ਹੋ ਰੱਖ ਸਕਦੇ ਹੋ। ਮੈਂ ਕਿਸੇ ਕਾਂਗਰਸੀ ਭਰਾ ਨੂੰ, ਕਿਸੇ ਵਰਕਰ ਨੂੰ, ਕਿਸੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਕੇ ਕੋਈ ਮੁਜ਼ਾਹਰੇ ਨਹੀਂ ਕਰਨੇ। ਮੈਂ ਕਿਸੇ ਨੂੰ ਨਾਲ ਨਹੀਂ ਲੈ ਕੇ ਜਾਣਾ। ਮੈਂ ਆਪਣੇ ਪਿੰਡੇ ਤੇ ਸਹਾਂਗਾ। ਮੈਂ ਮੁੱਖ ਮੰਤਰੀ ਸੀ, ਪਾਰਟੀ ਨੇ 3 ਮਹੀਨੇ ਵਾਸਤੇ ਬਣਾਇਆ। 70 ਸਾਲ ਦੇ ਕਿੰਨੇ ਮੁੱਖ ਮੰਤਰੀ ਰਹਿ ਲਏ, 15-15 ਸਾਲ ਵੀ ਰਹੇ ਹੈ, ਲੇਕਿਨ ਸਾਰਿਆਂ ਦੇ ਉੱਪਰ 3 ਮਹੀਨੇ ਭਾਰੀ ਹੋਏ ਵੇ। 3 ਮਹੀਨੇ ਵਾਲੇ ਨੂੰ ਨੋਚ ਲਓ, 3 ਮਹੀਨੇ ਵਾਲੇ ਨੂੰ ਖਾ ਲਓ, 3 ਮਹੀਨੇ ਵਾਲੇ 'ਚ ਪਤਾ ਨਹੀਂ ਕਿਆ ਕਰ ਗਿਆ। ਗਿਲਜੀਆਂ ਜੀ 3 ਮਹੀਨੇ ਵਿਚਾਰੇ ਮੰਤਰੀ ਰਹੇ, ਕਿਆ ਗੰਜੀਰੇ ਨਹਾ ਲਿਆ, ਕਿਆ ਨਿਚੋੜ ਲਿਆ। ਜਿਹੜੇ 20 ਸਾਲ ਰਹੇ ਉਹਨਾਂ ਨੂੰ ਕੋਈ ਪੁੱਛਦਾ ਨਹੀਂ। 3 ਮਹੀਨੇ ਸਾਰਿਆਂ ਪਰ ਭਾਰੀ ਹੋ ਗਏ। 3 ਮਹੀਨੇ 'ਚ ਸਾਰਾ ਕੁਝ ਲੁੱਟ ਹੋ ਗਿਆ ਪੰਜਾਬ। ਇਹ ਸਾਰੀ ਇੱਕ ਵੱਡੀ ਭਾਰੀ ਸਾਜ਼ਿਸ਼ ਹੈ।
ਮੈਂ ਨਾ ਕਦੇ ਜ਼ਿੰਦਗੀ 'ਚ ਸ਼ਰਾਬ ਪੀਤੀ ਹੈ, ਆਂਡਾ ਮੀਟ ਮੈਂ ਨਹੀਂ ਖਾਂਦਾ, ਮੈਂ ਕੋਈ ਨੌਨ ਵੈਜ ਕਿਸੇ ਤਰ੍ਹਾਂ ਦਾ ਨਹੀਂ ਖਾਂਦਾ, ਸਿੰਪਲ ਸਾਦੀ ਰੋਟੀ ਮੂੰਗੀ ਮਸਰੀ ਦੀ ਦਾਲ ਨਾਲ ਖਾਂਦਾ ਹੈ। ਜੇ ਤੁਹਾਨੂੰ ਸ਼ੱਕ ਹੈ ਤਾਂ ਮੇਰੇ ਘਰ ਜਾ ਕੇ ਪੁੱਛ ਲਓ ਜਾਂ ਮੇਰਾ ਘਰ ਦੀ ਰਸੋਈ ਦੇਖ ਲਓ। ਮੇਰੀ ਘਰ ਦੀ ਰਸੋਈ ਦੇ ਵਿੱਚ ਚੰਡੀਗੜ੍ਹ ਵੀ ਮੇਰਾ ਖਾਣਾ ਅਲੱਗ ਬਣਦਾ ਸੀ। ਮੇਰਾ ਬਾਹਰੋਂ ਕਿਤੇ ਤੇ ਖਾਣਾ ਕਦੇ ਨਾ ਆਇਆ, ਨਾ ਮੈਂ ਕਦੇ ਮੰਗਾਇਆ, ਨਾ ਹੀ ਮੈਂ ਆਪਣੇ ਰਾਤ ਨੂੰ ਕਦੇ ਡਿਨਰ ਪਰ ਗੈਸਟਾਂ ਨੂੰ ਬੁਲਾਉਂਦਾ, ਕਿਉਂਕਿ ਮੈਂ ਸ਼ਰਾਬ ਪਿਲਾ ਨਹੀਂ ਸਕਦਾ, ਪਿਲਾਉਂਦਾ ਹੀ ਨਹੀਂ ਕਿਸੇ ਨੂੰ, ਨਾ ਮੈਂ ਆਪ ਪੀਂਦਾ। ਨੌਨ ਵੈਜ ਮੈਂ ਨਹੀਂ ਖਿਲਾ ਸਕਦਾ। ਇਸ ਕਰਕੇ ਇਹ ਸਾਰੀਆਂ ਢਕੌਂਸਲੇਬਾਜ਼ੀਆਂ। ਜੇ ਕਿਸੇ ਨੇ ਸੀਐਮ ਹਾਊਸ 'ਚ ਖਾਣਾ ਖਾਧਾ ਤਾਂ ਪੰਜਾਬ ਦੇ ਲੋਕਾਂ ਨੇ ਖਾਧਾ। ਮੈਂ ਕੋਈ ਆਪਣੇ ਬਾਹਰ ਤੋਂ ਬੰਦੇ ਤਾਂ ਲਿਆਇਆ ਨਹੀਂ ਖਾਣੇ ਵਾਸਤੇ। ਉਹ ਬਾਹਰ ਖਾਣਾ ਜਿਹੜੇ ਲੋਕ ਆਉਂਦੇ ਸੀ ਉਹਨਾਂ ਵਾਸਤੇ ਲੱਗਦਾ ਸੀ। ਇਹਨਾਂ ਦੇ ਘਰ ਕੋਈ ਜਾਂਦਾ ਨਹੀਂ ਹੈ, ਨਹੀਂ ਖਾਣਾ ਲੱਗਦਾ। ਤਾਂ ਇਹ ਬਿਆਨ ਇਹ ਸਫਾਈ ਦਿੱਤੀ ਹੈ ਚਰਨਜੀਤ ਚੰਨੀ ਨੇ। ਉਧਰ ਖਾਣੇ ਦੇ ਲੱਖਾਂ ਰੁਪਏ ਦੇ ਬਿੱਲ ਨੂੰ ਲੈ ਕੇ ਵਿਰੋਧੀਆਂ ਨੇ ਚਰਨਜੀਤ ਚੰਨੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸਵਾਲ ਚੁੱਕੇ ਨੇ, ਸੁਣਦੇ ਨੇ ਹਮੇਸ਼ਾ ਹੀ ਦੇਸ਼ ਦੇ ਖਜ਼ਾਨੇ ਨਾਲ ਧੋਖਾ ਕੀਤਾ। ਭ੍ਰਸ਼ਟਾਚਾਰ ਚਾਹੇ ਗਾਂਧੀ ਪਰਿਵਾਰ ਰਾਹੁਲ ਗਾਂਧੀ ਦੇ ਨੇਤਰਤਵ ਦੇ ਅੰਦਰ ਜਾਂ ਸ਼੍ਰੀਮਤੀ ਸੋਨੀਆ ਗਾਂਧੀ ਅੰਦਰ 2004 ਤੋਂ 2014 ਦੇਸ਼ ਦੇ ਖਜ਼ਾਨੇ ਚੋਂ 12 ਲੱਖ ਕਰੋੜ ਰੁਪਏ ਲੁੱਟੇ ਗਏ। ਕੋਇਲਾ ਘੁਟਾਲਾ, ਕਾਮਨਵੈਲਥ ਘੁਟਾਲਾ, 2G ਸਕੈਮ। ਔਰ ਇਹ ਅੱਜ ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਜੀ ਖੁਦ ਨੈਸ਼ਨਲ ਹੈਰਡ ਕੇਸ 'ਚ ਜ਼ਮਾਨਤ ਤੇ ਨੇ। ਉਹੀ ਆਦਤ ਪੂਰੇ ਦੇਸ਼ ਦੇ ਅੰਦਰ ਕਾਂਗਰਸ ਦੀ ਲੀਡਰਸ਼ਿਪ ਨੂੰ ਪਈ ਹੈ। ਚਰਨਜੀਤ ਸਿੰਘ ਚੰਨੀ ਤੇ ਜਿਹੜੇ ਆਰੋਪ ਲੱਗੇ ਨੇ ਉਹ ਸਾਰੇ ਆਰੋਪਾਂ ਦੀ ਜਾਂਚ ਹੋਣੀ ਚਾਹੀਦੀ ਹੈ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਔਰ ਚੰਨੀ ਸਾਹਿਬ ਦੇ ਭ੍ਰਸ਼ਟਾਚਾਰ ਦੀਆਂ ਗਾਥਾਵਾਂ ਪੂਰੇ ਪੰਜਾਬ 'ਚ ਅੱਜ ਮਸ਼ਹੂਰ ਨੇ। ਔਰ ਮਾਮਾ ਬਾਂਝਾ ਚਾਹੇ ਰੇਤ ਖਨਨ ਹੋਏ ਜਾਂ ਹੋਰ ਭ੍ਰਸ਼ਟਾਚਾਰ ਦੇ ਕੇਸਿਸ ਹੋਣ, ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਸਾਹਮਣੇ ਆਣਾ ਚਾਹੀਦਾ ਹੈ। ਦੋਸ਼ੀਆਂ ਤੇ ਕਠੋਰ ਕਾਰਵਾਈ ਹੋਣੀ ਚਾਹੀਦੀ। ਅੱਗੇ ਵਧਾਂਗੇ। ਉਧਰ ਰਾਘਵ ਚੱਡਾ ਦੀ ਸੰਸਦ ਦੇ ਵਿੱਚ 100% ਹਾਜ਼ਰੀ ਰਹੀ ਹੈ। ਸੰਸਦ ਦੇ ਸਰਦਰੁੱਤ ਇਜਲਾਸ ਦੇ ਵਿੱਚ 100% ਹਾਜ਼ਰ ਰਹੇ ਨੇ। ਰਾਜ ਸਭਾ ਤੋਂ ਇੱਕ ਦਿਨ ਵੀ ਉਹ ਗੈਰ ਹਾਜ਼ਰ ਨਹੀਂ ਰਹੇ। ਤਾਂ ਰਾਘਵ ਚੱਡਾ ਨੇ ਦੱਸਿਆ ਕਿ 11 ਬਹਿਸਾਂ ਦੇ ਵਿੱਚ ਹਿੱਸਾ ਲਿਆ ਹੈ। 25 ਮੁੱਦਿਆਂ ਨੂੰ ਲੈ ਕੇ ਰਾਘਵ ਨੇ ਸਦਨ ਦੇ ਵਿੱਚ ਸਵਾਲ ਪੁੱਛੇ ਨੇ। ਰਾਘਵ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪ੍ਰਕਿਰਿਆ ਸੁਖਾਲੀ ਬਣਾਉਣ ਦੀ ਮੰਗ ਕੀਤੀ। ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਦੇ ਵਜੋਂ ਵਿਕਸਿਤ ਕਰਨ ਦੀ ਮੰਗ ਕੀਤੀ। ਪੰਜਾਬ ਤੋਂ ਕਈ ਦੇਸ਼ਾਂ ਲਈ ਫਲਾਈਟ ਕਨੈਕਟੀਵਿਟੀ ਵਧਾਉਣ ਦਾ ਮੁੱਦਾ ਚੁੱਕਿਆ। ਬੇਰੋਜ਼ਗਾਰੀ, ਮਹਿੰਗਾਈ ਦਾ ਮਸਲਾ ਚੁੱਕਿਆ। ਬੇਅਦਬੀ ਦੇ ਦੋਸ਼ੀਆਂ ਲਈ ਸਖਤ ਸਜ਼ਾਵਾਂ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ। ਤਾਂ ਇਹ ਸਾਰੀਆਂ ਮੰਗਾਂ ਰੱਖੀਆਂ। ਰਾਘਵ ਚੱਡਾ ਦਾ ਇਹ ਵੀ ਦਾਅਵਾ ਹੈ ਕਿ ਪੰਜਾਬ ਦਾ ਇੱਕ ਵੀ ਅਜਿਹਾ ਰਾਜ ਸਭਾ ਦਾ ਮੈਂਬਰ ਪਾਰਲੀਮੈਂਟ ਨਹੀਂ ਹੈ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਆਪਣਾ ਰਿਪੋਰਟ ਕਾਰਡ ਵੀ ਪੇਸ਼ ਕੀਤਾ ਹੋਵੇ। ਦਾ ਵਿੰਟਰ ਸੈਸ਼ਨ ਹਜੇ ਹੀ ਖਤਮ ਹੋਇਆ ਤੇ ਸੈਸ਼ਨ ਪੰਜਾਬ ਅਤੇ ਪੰਜਾਬੀਆਂ ਲਈ ਬੇहद ਕਾਮਯਾਬ ਰਿਹਾ। ਤੁਹਾਡੇ ਵੱਲੋਂ ਲਗਾਈ ਗਈ ਡਿਊਟੀ ਨੂੰ ਮੈਂ ਚੰਗੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਤੇ ਪਾਰਲੀਮੈਂਟ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਚੁੱਕਿਆ। ਅੱਜ ਮੈਂ ਤੁਹਾਡੇ ਅੱਗੇ ਆਪਣਾ ਵਿੰਟਰ ਸੈਸ਼ਨ ਦਾ ਰਿਪੋਰਟ ਕਾਰਡ ਰੱਖਣ ਜਾ ਰਿਹਾ। ਵਿੰਟਰ ਸੈਸ਼ਨ ਦਾ ਰਿਪੋਰਟ ਕਾਰਡ ਜਾਰੀ ਕਰ ਰਹੇ ਹਾਂ। ਇਸ ਸੈਸ਼ਨ ਦੇ ਵਿੱਚ ਤੁਹਾਡੇ ਪੁੱਤ ਨੇ, ਤੁਹਾਡੇ ਛੋਟੇ ਵੀਰ ਨੇ ਪੰਜਾਬ ਦੀ ਕਾਫੀ ਮੁੱਦੇ ਮਜ਼ਬੂਤੀ ਨਾਲ ਚੁੱਕੇ। ਭਾਵੇਂ ਉਹ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਨੂੰ ਵਾਪਸ ਇੰਡੀਆ ਲਿਆਉਣ ਦਾ ਮੁੱਦਾ ਹੋਵੇ, ਬੇਅਦਬੀ ਦੇ ਗੁਨੇਗਾਰਾਂ ਦੀ ਸਜ਼ਾ ਵਧਾਉਣ ਦਾ ਮੁੱਦਾ ਹੋਵੇ, ਸ਼੍ਰੀ ਅਨੰਦਪੁਰ ਸਾਹਿਬ ਨੂੰ ਹੈਰੀਟੇਜ ਸਿਟੀ ਦਾ ਦਰਜਾ ਦੇਣ ਦਾ ਮੁੱਦਾ ਹੋਵੇ। ਇਹੋ ਜਿਹੇ ਕਈ ਮੁੱਦੇ ਮੈਂ ਕੇਂਦਰ ਸਰਕਾਰ ਅੱਗੇ ਰੱਖੇ ਤੇ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਸਾਡੀ ਕਈ ਮੰਗਾਂ ਤੇ ਕੇਂਦਰ ਸਰਕਾਰ ਨੇ ਸਾਨੂੰ ਸਹਿਮਤੀ ਵੀ ਦਿੱਤੀ। ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਪੰਜਾਬ ਦੇ ਹੱਕ ਪੰਜਾਬ ਨੂੰ ਮਿਲਣ। ਪੰਜਾਬ ਦੇ ਇਤਿਹਾਸ ਦੇ ਵਿੱਚ ਅੱਜ ਤੱਕ ਕਿਸੇ ਵੀ ਐਮਪੀ ਨੇ ਆਪਣੇ ਕੰਮ ਦਾ ਰਿਪੋਰਟ ਕਾਰਡ ਲੋਕਾਂ ਅੱਗੇ ਨਹੀਂ ਰੱਖਿਆ। ਮੈਂ ਤੁਹਾਡੇ ਆਸ਼ੀਰਵਾਦ ਨਾਲ ਐਮਪੀ ਬਣਿਆ ਹਾਂ ਤੇ ਮੇਰਾ ਇੱਕ ਦਿਨ ਪੰਜਾਬ ਦੀ ਸੇਵਾ ਨੂੰ ਸਮਰਪਿਤ ਹੈ, ਪੰਜਾਬ ਦੀ ਆਵਾਮ ਨੂੰ ਸਮਰਪਿਤ ਹੈ। ਮੇਰਾ ਰਿਪੋਰਟ ਕਾਰਡ ਤੁਸੀਂ ਜ਼ਰੂਰ ਪੜ੍ਹਿਓ ਅਤੇ ਵੱਧ ਤੋਂ ਵੱਧ ਸਾਰਿਆਂ ਨਾਲ ਸ਼ੇਅਰ ਕਰਿਓ। ਆਪਣਾ ਸਾਥ, ਆਪਣਾ ਆਸ਼ੀਰਵਾਦ ਤੇ ਆਪਣਾ ਭਰੋਸਾ ਆਪਣੇ ਇਸ ਪੁੱਤ ਤੇ ਬਣਾਏ ਰੱਖਿਓ।